ਸਿਰ ਸਾਹੰਦੈ ਸਾਉ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਉ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਉ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ। ਅਗਮ ਅਗਾਧ ਊਚ ਅਪਾਰ, ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਸ਼ੋ ਤੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਸ਼ੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਹਲਤ ਪਲਤ ਦੇ ਰਾਖੇ ਤਖਤ ਝਵਰ ਛਤਰ ਦੇ ਮਾਲਕ
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਇੱਥੇ ਸੱਜ ਕੇ ਸਰਵਣ ਕਰ ਰਹੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀਆਂ ਨੇ। ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਦੇ ਬਚਨ ਨੇ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਬਾਬਤ ਵਚਨ ਹੈ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 723 ਤੋਂ ਪ੍ਰਾਰੰਭ ਹੋ ਕੇ 724 ਤੱਕ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸ਼ਬਦ ਹੈ, ਮੁੱਖ ਵਾਕ ਰੂਪ ਵਿੱਚ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤਲੰਗ ਰਾਗ ਦੇ ਅੰਦਰ ਦੂਸਰੇ ਘਰ ਸੁਲਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਗਾਇਨ ਕਰਨ ਦਾ ਹੁਕਮ ਕੀਤਾ ਹੈ। ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਤੁਧ ਬਿਨ ਦੂਜਾ ਨਾਹੀ ਕੋਏ। ਇਹ ਸ਼ਬਦ ਦੇ ਅੰਦਰ ਬੇਨਤੀ ਕਰਨ ਦੀ ਜਾਚ ਪ੍ਰਾਰੰਭਤਾ ਵਿੱਚ ਸਤਿਗੁਰੂ ਜੀ ਸਿਖਾਲਦੇ ਆ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਪਰਮੇਸ਼ਰ, ਤੁਧ ਬਿਨ ਦੂਜਾ ਨਾਹੀ ਕੋਈ। ਹੇ ਵਾਹਿਗੁਰੂ, ਤੈਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਦਾ ਬਾਣੀ ਦੇ ਵਿੱਚ ਵਚਨ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਨ ਜਾਲ ਥਲ ਮਹੀਅਲ ਸੋਏ। ਉਹ ਜਲ ਦੇ ਵਿੱਚ ਵੀ ਆਪ ਹੈ ਤੇ ਥਲ ਦੇ ਵਿੱਚ ਵੀ, ਮਾਰੂ ਥਲ ਦੇ ਵਿੱਚ ਵੀ ਹੈ। ਉਹ ਮਹੀ ਧਰਤੀ ਤੇ ਵੀ ਹੈ, ਅਲ ਆਕਾਸ਼ ਤੇ ਵੀ ਉਹੀ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਜਿਤਨੇ ਵੀ ਜੀਵ ਨੇ, ਜੰਤ ਨੇ, ਪਸ਼ੂ ਹੈ, ਪੰਛੀ ਹੈ, ਉਹ ਸਾਰਿਆਂ ਨੂੰ ਉਸੇ ਨੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਉਸੇ ਨੇ ਆਪਣੀ ਕਲਾ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਹੈ, ਪ੍ਰਥਮ ਕਾਲ ਜਬ ਹਮ ਕਰਾ ਪਸਾਰਾ, ਓੰਕਾਰ ਤੇ ਸਭ ਸ੍ਰਿਸ਼ਟੀ ਉਪਾਰਾ। ਇਸੇ ਲਈ ਸ਼੍ਰੀ ਗੁਰਬਾਣੀ ਦੀ ਪ੍ਰਾਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਇੱਕ ਓੰਕਾਰ ਲਿਖਿਆ, ਉੱਥੇ ਓੰਕਾਰ ਦੀ ਆਰੰਭਤਾ ਦੇ ਵਿੱਚ ਇੱਕ ਲਿਖਿਆ। ਇੱਕ ਦਾ ਭਾਵ ਇੱਕ ਹੈ, ਏਕਾ ਅੰਕ ਗਣਿਤ ਦਾ ਪਾਇਆ, ਜਿਸ ਤੋਂ ਸਿੱਧ ਹੁੰਦਾ ਵੀ ਉਹ ਵਾਹਿਗੁਰੂ ਇੱਕ ਹੈ। ਪ੍ਰਾਤਨ ਮਤਾਂ ਵਿੱਚ, ਸਨਾਤਨੀ ਮਤ ਦੇ ਵਿੱਚ ਉਹਦੇ ਬਹੁਤੇ ਭੇਦ ਮੰਨੇ ਸਨ। ਕੋਈ ਉਹਨੂੰ ਵਿਸ਼ਨ ਰੂਪ ਵਿੱਚ ਮੰਨਦਾ ਸੀ, ਕੋਈ ਸ਼ਿਵ ਰੂਪ ਵਿੱਚ ਮੰਨਦਾ ਸੀ, ਕੋਈ ਬ੍ਰਹਮਾ ਰੂਪ ਦੇ ਵਿੱਚ ਮੰਨਦਾ ਹੈ, ਕੋਈ ਦੇਵੀ ਦੇਵਤਿਆਂ ਦੇ ਰੂਪ ਵਿੱਚ ਮੰਨਦਾ ਹੈ।
ਪਰ ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਉਹ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਉਹ ਇੱਕ ਹੈ। ਬਾਕੀ ਜਿਤਨੀ ਸ੍ਰਿਸ਼ਟੀ ਆ, ਭਾਵੇਂ ਕੋਈ ਦੇਵੀ ਦੇਵਤੇ ਆ, ਭਾਵੇਂ ਕੋਈ ਪੀਰ ਪੈਗੰਬਰ ਅਵਤਾਰ ਨੇ, ਸਭ ਉਸੇ ਦਾ ਹੀ ਰੂਪ ਨੇ, ਉਸੇ ਦੇ ਅੰਸ਼ ਅਵਤਾਰ ਹੈ। ਕੋਈ ਅੰਸ਼ਾ ਅਵਤਾਰ ਹੈ, ਕੋਈ ਅਵੇਸਾ ਅਵਤਾਰ ਹੈ, ਕੋਈ ਨਿੱਤ ਅਵਤਾਰ ਹੈ, ਕੋਈ ਨਿਮਿਤ ਅਵਤਾਰ ਹੈ, ਕੋਈ ਕਲਾ ਅਵਤਾਰ ਹੈ, ਕੋਈ ਪੂਰਨ ਅਵਤਾਰ ਹੈ। ਅਵਤਾਰਾਂ ਦੀਆਂ ਕੈਟਾਗਰੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਉਹ ਸਾਰਿਆਂ ਨੂੰ ਕਰਨ ਕਾਰਨ ਪ੍ਰਭ ਏਕ ਹੈ। ਉਹ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਇੱਕ ਪ੍ਰਭੂ ਹੈ, ਹੋਰ ਕੋਈ ਨਹੀਂ। ਇਹ ਨਹੀਂ ਹੈ ਵੀ ਪੈਦਾ ਕਰਨ ਵਾਲਾ ਹੋਰ ਹੈ, ਪਾਲਣਾ ਕਰਨ ਵਾਲਾ ਹੋਰ ਹੈ ਤੇ ਮਾਰਨ ਵਾਲਾ ਹੋਰ ਹੈ। ਨਹੀਂ, ਉਹ ਇੱਕ ਨਹੀਂ, ਇਹਨਾਂ ਨੂੰ ਪੈਦਾ ਕੀਤਾ ਸਾਰਿਆਂ ਨੂੰ। ਏਕਾ ਮਾਈ ਜੁਗਤ ਵਿਆਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਤੁਧ ਬਿਨ ਦੂਜਾ ਨਾਹੀ ਕੋਏ ਹੈ ਵਾਹਿਗੁਰੂ ਜੀ, ਤੈਥੋਂ ਬਿਨਾ ਹੋਰ ਕੋਈ ਨਹੀਂ। ਤੂੰ ਸਭਨਾ ਦਾ ਮਾਲਕ ਇੱਕ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਤੂੰ ਕਰਤਾਰ, ਕਰ ਨਾਮ ਹੱਥ ਦਾ, ਤਾਰ ਨਾਮ ਡੋਰੀ ਦਾ। ਹੇ ਵਾਹਿਗੁਰੂ ਜੀ, ਤੇਰੇ ਹੱਥ ਵਿੱਚ ਸਾਰੇ ਜੀਆਂ ਦੇ ਸਵਾਸਾਂ ਦੀ ਡੋਰੀ ਹੈ। ਜਿਸ ਵੇਲੇ ਉਹ ਸਵਾਸਾਂ ਦੀ ਡੋਰੀ ਖਿੱਚ ਲੈਂਦਾ ਹੈ, ਉਸੇ ਵੇਲੇ ਇਹੋ ਹੀ ਸਰੀਰ ਹੁੰਦਾ ਜਿਹੜਾ ਸਾਰਾ ਦਿਨ ਕੰਮਕਾਰ ਕਰਦਾ ਹੈ। ਉਹੀ ਮੁੱਖ ਹੈ, ਉਹੀ ਧੜ ਹੈ, ਉਹੀ ਸਾਜ ਚੰਦ ਸੂਰਜ ਚੜ੍ਹੇ ਹੋਏ ਨੇ, ਉਹੀ ਦਿਨ ਰਾਤ ਹੈ, ਉਹੀ ਮਕਾਨ ਆ ਜਿੱਥੇ ਰਹਿੰਦਾ ਹੈ। ਪਰ ਉਹ ਵਾਹਿਗੁਰੂ ਜਿਸ ਵੇਲੇ ਸਵਾਸਾਂ ਦੀ ਡੋਰੀ ਹੈ ਆਪਣੇ ਹੱਥ ਵਿੱਚ ਜੋ ਰੱਖੀ ਹੈ, ਜਦੋਂ ਖਿੱਚ ਲੈਂਦਾ ਹੈ, ਉਸੇ ਵੇਲੇ ਜੀਵ ਦੀ ਸਤਾ ਨਿਕਲ ਜਾਂਦੀ ਹੈ, ਅੰਦਰੋਂ ਇਹ ਮੁਰਦਾ ਹੋ ਜਾਂਦਾ ਹੈ। ਤੂੰ ਕਰਤਾਰ, ਇਹ ਵਾਹਿਗੁਰੂ ਤੇਰੇ ਕਰ ਹੱਥ ਦੇ ਵਿੱਚ ਜੀਆਂ ਦੀ ਰੋਜੀ ਦੀ ਤਾਰ ਹੈ, ਡੋਰੀ ਹੈ। ਕਿਉਂਕਿ ਤੂੰ ਸਾਰਿਆਂ ਨੂੰ ਰੋਜੀ ਦੇਣ ਵਾਲਾ ਤੂੰ ਇੱਕ ਹੈ। ਭਾਵੇਂ ਅਸੀਂ ਭੁਲੇਖਿਆਂ ਵਿੱਚ ਪਏ ਦਰਾਂ ਦਰਾਂ ਤੇ ਜਾ ਕੇ ਮੱਥੇ ਟੇਕਦੇ ਹਾਂ, ਦਰਾਂ ਦਰਾਂ ਤੇ ਜਾ ਕੇ ਭਿੱਖਿਆ ਮੰਗਦੇ ਹਾਂ, ਪਰ ਸਾਰੇ ਦਰਾਂ ਨੂੰ ਦਾਤ ਦੇਣ ਵਾਲਾ ਇੱਕੋ ਹੀ ਦਰ ਹੈ, ਉਹ ਗੁਰੂ ਰਾਮਦਾਸ ਦਾ ਦਰ, ਗੁਰੂ ਨਾਨਕ ਦਾ ਦਰ। ਜਿੱਥੇ ਆ ਕੇ ਵੱਡੇ ਵੱਡੇ ਦਾਤੇ ਕਹਾਉਣ ਵਾਲੇ ਵੀ ਝੁਕਦੇ ਆ, ਦੁਨੀਆ ਨੂੰ ਦਾਨ ਦੇਣ ਵਾਲੇ ਵੀ ਇੱਥੋਂ ਦਾਤਾ ਮੰਗਦੇ ਆ। ਹੇ ਵਾਹਿਗੁਰੂ, ਤੂੰ ਕਰਤਾਰ, ਤੇਰੇ ਹੱਥ ਵਿੱਚ ਜੀਆਂ ਦੇ ਸਵਾਸਾਂ ਦੀ ਡੋਰੀ ਹੈ, ਤੇਰੇ ਹੱਥ ਵਿੱਚ ਜੀਆਂ ਦੇ ਰਿਜ਼ਕ ਦੀ ਡੋਰੀ ਹੈ। ਕਰਹਿ ਸੋ ਹੋਏ, ਜੋ ਤੂੰ ਕਰਦਾ ਹੈ ਉਹੋ ਹੀ ਹੁੰਦਾ, ਤੈਥੋਂ ਬਿਨਾਂ ਕੀਤੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਮਹਾਰਾਜ ਦਾ ਬਚਨ, ਕੀਤਾ ਕਰਨਾ ਸਰਬ ਰਜਾਈ, ਕਿਸ ਕੀਸੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੇ। ਮਹਾਰਾਜ ਕਹਿੰਦੇ ਆਪਣਾ ਕੀਤਾ ਮਨੁੱਖ ਦਾ ਕੁਝ ਵੀ ਨਹੀਂ ਸਫਲਾ ਹੁੰਦਾ। ਮਨੁੱਖ ਨੂੰ ਕੁਝ ਕਰਮ ਕਰਨ ਦੀ ਸੁਤੰਤਰਤਾ ਹੈ, ਪਰ ਸਾਰਾ ਕੁਝ ਮਨੁੱਖ ਦੇ ਹੱਥ ਵੱਸ ਨਹੀਂ ਹੈ। ਮਨੁੱਖ ਨੂੰ ਹੁਕਮ ਹੈ ਵੀ ਤੂੰ ਉਦਮ ਕਰ, ਚੰਗੇ ਕਰਮ ਕਰਨ ਦਾ ਹੁਕਮ ਹੈ। ਚੰਗੇ ਕਰਮ ਕਰਨ ਲਈ ਤੂੰ ਉਦਮ ਧਾਰ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ। ਪਰ ਮਨੁੱਖ ਇਦੋਂ ਉਲਟ, ਮਹਾਰਾਜ ਕਹਿੰਦੇ ਭਾਈ, ਜਦੋਂ ਤਾਂ ਚੰਗੇ ਕਰਮ ਕਰਨ ਦਾ ਵੇਲਾ ਹੈ ਉਦੋਂ ਤਾਂ ਲੰਮੀਆਂ ਤਾਣ ਕੇ ਸੌ ਜਾਣਾ ਹੈ। ਜਦੋਂ ਮਾੜੇ ਕੰਮ ਕਰਨਾ ਹੈ ਉਦੋਂ ਅੱਧੀ ਅੱਧੀ ਰਾਤਾਂ ਤੱਕ ਜਾਗਦਾ ਰਹਿਣਾ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਮਨੁੱਖ ਨੂੰ ਸੁਤੰਤਰਤਾ ਨਹੀਂ ਹੈ। ਮਨੁੱਖ ਜ਼ੋਰ ਬੜਾ ਲਾਉਂਦਾ ਵੀ ਮੈਂ ਧਨ ਕਮਾ ਲਵਾਂ, ਆਹ ਵੀ ਮੈਂ ਕਰ ਲਵਾਂ, ਉਹ ਵੀ ਮੈਂ ਕਰ ਲਵਾਂ। ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਵਿੱਚ ਸਫਲਤਾ ਉਹ ਵਾਹਿਗੁਰੂ ਪਾਉਂਦਾ ਹੈ। ਕਰਮ ਕਰਨਾ ਮਨੁੱਖ ਦਾ ਧਰਮ ਹੈ, ਸਫਲਤਾ ਉਹ ਵਾਹਿਗੁਰੂ ਨੇ ਦੇਣੀ ਹੈ। ਇਸੇ ਲਈ ਗੁਰਸਿੱਖਾਂ ਨੂੰ ਹੁਕਮ ਹੈ ਵੀ ਜਦੋਂ ਵੀ ਸਿੱਖ ਨੇ ਕੋਈ ਕਾਰਜ ਕਰਨਾ ਹੈ, ਕੀਤਾ ਲੋੜੀਆ ਕੰਮ ਸੋ ਹਰ ਪਾਏ ਆਖੀਐ।
ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਕੀਤਾ ਲੋੜੀਏ ਕੰਮ, ਆ ਕੰਮ ਕਰਨਾ ਚਾਹੁੰਦਾ ਮੈਂ, ਤੁਸੀਂ ਕਿਰਪਾ ਕਰੋ ਇਹ ਮੇਰਾ ਕਾਰਜ ਸਫਲਾ ਕਰ ਦਿਓ। ਫਿਰ ਸਤਿਗੁਰੂ ਮਹਾਰਾਜ ਉਹ ਕਾਰਜ ਸਵਾਰ ਦਿੰਦੇ ਆ। ਤੂੰ ਕਰਤਾਰ ਹੈ ਵਾਹਿਗੁਰੂ, ਤੂੰ ਕਰਤਾ ਹੈ, ਤੂੰ ਮਾਲਕ ਹੈ, ਜੋ ਤੂੰ ਕਰਦਾ ਹੈ ਉਸੇ ਵਿੱਚ ਹੀ ਸਫਲਤਾ ਹੁੰਦੀ ਹੈ। ਤੇਰਾ ਕੀਤਾ ਸਭ ਕੁਝ ਹੋ ਰਿਹਾ ਹੈ। ਤੇਰਾ ਜੋਰ ਤੇਰੀ ਬਨ ਟੇਕ, ਸਾਰੇ ਸੰਸਾਰ ਵਿੱਚ ਤੇਰਾ ਹੀ ਜ਼ੋਰ ਚੱਲ ਰਿਹਾ ਹੈ, ਤੈਥੋਂ ਬਿਨਾਂ ਹੋਰ ਕਿਸੇ ਦਾ ਜ਼ੋਰ ਨਹੀਂ ਹੈ। ਪਰ ਮਨੁੱਖ ਮਿੱਟੀ ਦਾ ਪੁਤਲਾ ਕਈ ਵਾਰੀ ਹਉਮੈ ਕਰਦਾ ਵੀ ਮੇਰਾ ਜ਼ੋਰ ਹੈ, ਭੁੱਲ ਜਾਂਦਾ ਵੀ ਇਹ ਵਾਹਿਗੁਰੂ ਦਾ ਦਿੱਤਾ ਹੋਇਆ ਜ਼ੋਰ ਹੈ। ਹਉਮੈ ਵਿੱਚ ਆਇਆ ਹੋਇਆ ਕਈ ਵਾਰੀ ਉਹ ਰੱਬ ਨੂੰ ਹੀ ਬੁਰਾ ਭਲਾ ਬੋਲਣ ਲੱਗ ਜਾਂਦਾ। ਵੱਡੇ ਵੱਡੇ ਤਪੱਸਵੀ ਤਪ ਕਰਕੇ ਜਦੋਂ ਸਾਧਨਾ ਦਾ ਫਲ ਮਿਲਿਆ ਹੰਕਾਰੀ ਹੋ ਗਏ। ਰਾਵਣ ਵਰਗਿਆਂ ਨੇ ਕਿੰਨਾ ਤਪ ਕੀਤਾ, ਹਰਨਾਕਸ਼ ਵਰਗਿਆਂ ਨੇ ਤਪ ਕੀਤਾ, ਤਪ ਦੇ ਨਾਲ ਸ਼ਕਤੀ ਮਿਲ ਗਈ, ਸ਼ਕਤੀ ਪਾ ਕੇ ਬਲ ਪਾ ਕੇ ਹਉਮੈ ਵਿੱਚ ਆ ਗਏ, ਕਹਿਣ ਲੱਗ ਗਏ ਜਲੇ ਹਰਨਾਕਸ਼ ਥਲੇ ਹਰਨਾਕਸ਼। ਰੱਬ ਨੂੰ ਭੁਲਾ ਦਿੱਤਾ, ਕਹਿਣ ਲੱਗੇ ਹੋਰ ਰੱਬ ਨਹੀਂ ਕੋਈ ਹੈ, ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ। ਉਸ ਵੇਲੇ ਫਿਰ ਪਰਮੇਸ਼ਰ ਵਾਹਿਗੁਰੂ ਆਪਣੀ ਸ਼ਕਤੀ ਭੇਜ ਕੇ ਉਹਨਾਂ ਨੂੰ ਚੇਤੇ ਵੀ ਕਰਾ ਦਿੰਦਾ ਹਰਨਾਕਸ਼ ਸਰੂਪ ਵਿੱਚ। ਕਿਆ ਭੁੱਲੜ ਮਨੁੱਖ, ਭਾਵੇਂ ਤੇਰੇ ਕੋਲ ਸ਼ਕਤੀ ਆ ਗਈ ਹੈ ਪਰ ਤੂੰ ਸ਼ਕਤੀ ਦੇ ਦਾਤੇ ਪਰਮੇਸ਼ਰ ਅੱਗੇ ਤਿਣਕੇ ਬਰਾਬਰ ਵੀ ਕੁਝ ਨਹੀਂ ਹੈ। ਸਿੱਖ ਇਤਿਹਾਸ ਗਵਾਹ ਹੈ, ਜਿਸ ਵੇਲੇ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਵਿੱਚ ਹਵੇਲੀ ਵਿੱਚ ਕੈਦ ਕੀਤਾ ਹੈ, ਉਸ ਵੇਲੇ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਦੇ ਗੁਰਸਿੱਖ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲ ਦਾਸ ਸ਼ਰਨ ਵਿੱਚ ਨੇ। ਜੇਕਰ ਆਉਂਦਾ ਸਿੱਖ ਨੇ ਮਹਾਰਾਜ ਦਾ ਚੂਪਿਆ ਹੋਇਆ ਗੰਨਾ ਮੁਖ ਵਿੱਚ ਪਾ ਲਿਆ ਤੇ ਅਥਾਹ ਸ਼ਕਤੀ ਪ੍ਰਾਪਤ ਹੋ ਗਈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜੇਕਰ ਆਉਂਦਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਹੁਕਮ ਕਰੋ ਤਾਂ ਔਰੰਗਜ਼ੇਬ ਦੀ ਖੋਪੜੀ ਉਡਾ ਦੇਵਾਂ, ਜੇ ਹੁਕਮ ਕਰੋ ਸਾਰੀ ਧਰਤੀ ਤੋਂ ਮੁਗਲਾਂ ਦਾ ਵੀ ਨਾਸ਼ ਕਰ ਦੇਵਾਂ। ਮਹਾਰਾਜ ਕਹਿਣ ਲੱਗੇ ਸਿੱਖਾ ਇਹ ਸ਼ਕਤੀ ਆਈ ਕਿੱਥੋਂ ਹੈ? ਕਹਿਣ ਲੱਗਿਆ ਮਹਾਰਾਜ ਤੁਹਾਥੋਂ। ਮਹਾਰਾਜ ਕਹਿੰਦੇ ਫਿਰ ਜਿੱਥੋਂ ਸ਼ਕਤੀ ਮਿਲੀ ਹੈ, ਜੇ ਉਹ ਭਾਣੇ ਵਿੱਚ ਨੇ ਤੂੰ ਕਿਉਂ ਹਉਮੈ ਧਾਰ ਰਿਹਾ? ਇਸ ਲਈ ਮਹਾਰਾਜ ਕਹਿੰਦੇ ਬੇਨਤੀਆਂ ਕਰੋ ਤੇਰਾ ਜ਼ੋਰ, ਇਹ ਵਾਹਿਗੁਰੂ ਇਹ ਸਾਰਾ ਜ਼ੋਰ ਜਿੰਨਾ ਬਲ ਹੈ ਸੰਸਾਰ ਵਿੱਚ ਇਹ ਤੇਰਾ ਹੈ। ਤਾਈਓ ਦਸਮ ਪਾਤਸ਼ਾਹ ਨੇ ਕਿਹਾ ਨਾ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਦਸ਼ਰਥ ਜੀ ਦੇ ਬੇਟੇ ਤ੍ਰੇਤੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਤੈਥੋਂ ਹੀ ਬਲਰਾਮ ਲੈ। ਸ੍ਰੀ ਰਾਮਚੰਦਰ ਜੀ ਨੇ ਤੇਰਾ ਬਲ ਲਿਆ, ਤੇਰੀ ਤਾਕਤ ਲਈ, ਤੇਰੀ ਸ਼ਕਤੀ ਲੈ ਕੇ ਨਾਲ ਬਾਣਾ ਦਹਿ ਸਿਰਕਾਇਆ। ਦਹਿ ਸਿਰੇ ਰਾਵਣ ਨੂੰ ਤੀਰਾਂ ਨਾਲ ਤੇਰੇ ਬਲ ਨਾਲ ਮਾਰਿਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗੜਾਇਆ। ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ ਹੇ ਵਾਹਿਗੁਰੂ ਤੇਰਾ ਬਲ ਲੈ ਕੇ, ਤੇਰੀ ਸ਼ਕਤੀ ਲੈ ਕੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪੜਕਾ ਕੇ ਧਰਤੀ ਤੇ ਮਾਰ ਕੇ ਮਾਰਿਆ ਸੀ। ਉਹ ਵਾਹਿਗੁਰੂ ਦਾ ਹੀ ਜ਼ੋਰ ਹੈ, ਉਹ ਪਰਮੇਸ਼ਰ ਦਾ ਵਾਲ ਹੈ। ਇਸੇ ਕਰਕੇ ਵਾਹਿਗੁਰੂ ਤੇਰੇ ਮਨ ਟੇਕ। ਜਦੋਂ ਤੇਰਾ ਸਾਰੇ ਜ਼ੋਰ ਚੱਲ ਰਿਹਾ ਹੈ, ਸੋਝੀ ਹੋ ਗਈ, ਫਿਰ ਹੋਰ ਕਿਸੇ ਦਾ ਓਟਾ ਆਸਰਾ ਕੀ ਲੈਣਾ ਮਨ ਵਿੱਚ? ਹੋਰ ਕਿਸੇ ਦੀ ਟੇਕ ਕੀ ਲੈਣੀ ਮਨ ਵਿੱਚ? ਹੇ ਵਾਹਿਗੁਰੂ ਮੈਂ ਤੇਰੀ ਵੀ ਟੇਕ ਮਨ ਵਿੱਚ ਧਾਰੀ ਹੈ, ਤੇਰਾ ਆਸਰਾ ਲਿਆ, ਤੇਰੀ ਸ਼ਰਨ ਲਈ ਹੈ। ਸਦਾ ਸਦਾ ਜਪ ਨਾਨਕ ਏਕ। ਸਦਾ ਸਦਾ ਜਪ ਨਾਨਕ ਏਕ। ਇੱਕ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ,
ਉਹਨੂੰ ਸਦਾ ਸਦਾ ਜਾਪ। ਜੋ ਜਪ ਜਪਜੀ ਸਾਹਿਬ ਹੈ, ਜੋ ਜਾਪ ਸਾਹਿਬ ਹੈ, ਜੋ ਉਹਦੀ ਬਾਣੀ ਹੈ, ਉਹਨੂੰ ਸਦਾ ਸਦਾ ਜਪਣਾ ਕਰ। ਸਭ ਉਪਰ ਪਾਰ ਬ੍ਰਹਮ ਦਾਤਾਰ। ਉਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਸਰੂਪ ਹੈ, ਕਿਉਂਕਿ ਉਹ ਪਾਪਾ ਪੁੰਨਾਂ ਤੋਂ ਪਰੇ ਹੈ ਨਾ, ਪੁੰਨੀ ਪਾਪੀ ਆਖਣ ਨਾ ਹੈ, ਉਹ ਬ੍ਰਹਮ ਹੈ। ਸਭ ਉੱਪਰ, ਮਹਾਰਾਜ ਕਹਿੰਦੇ ਉਹ ਸਾਰਿਆਂ ਤੋਂ ਉੱਪਰ ਉੱਚਾ ਹੈ, ਊਚ ਅਪਾਰ ਬੇਅੰਤ ਸੁਆਮੀ। ਫਿਰ ਉਹ ਦਾਤਾਰ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਪਰ ਸਾਨੂੰ ਭੁੱਲ ਜਾਂਦਾ ਹੈ, ਅਸੀਂ ਝੂਠੇ ਦਾਤਿਆਂ ਦੇ ਮਗਰ ਲੱਗ ਜਾਂਦੇ ਹਾਂ। ਗੁਰਬਾਣੀ 'ਚ 4 ਤਰ੍ਹਾਂ ਦੇ ਦਾਤੇ ਕਹੇ ਆ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰ। 4 ਤਰ੍ਹਾਂ ਦੇ ਦਾਤੇ ਇਸ ਸ਼ਲੋਕ ਵਿੱਚ ਕਹੇ ਆ। ਸਤੀਆਂ ਮਨ ਸੰਤੋਖ ਉਪਜੈ, ਇੱਕ ਐਸੇ ਦਾਤੇ ਜਿਹੜੇ ਦਾਨ ਕਰਕੇ ਸੰਤੋਖ ਧਾਰਦੇ, ਆਪਣੀ ਵਡਿਆਈ ਨਹੀਂ ਚਾਹੁੰਦੇ। ਉਹ ਗੁਪਤ ਤਰੀਕੇ ਨਾਲ ਦਾਨ ਦੇਈ ਜਾਂਦੇ ਆ, ਐਸੇ ਦਾਤੇ ਆ। ਇੱਕ ਐਸੀ ਦੇਣਾ ਕਾ ਵਿਚਾਰ, ਹਰ ਸਮੇਂ ਵਿਚਾਰ ਲੱਗੀ ਰਹਿੰਦੇ ਵੀ ਆਹ ਵੀ ਚੀਜ਼ ਦਾਨ ਕਰਦੇ ਆ, ਆਹ ਹੋਰ ਦਾਨ ਕਰਦੇ ਆ, ਦਾਨ ਦੇ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੇ ਦੇ ਮੰਗੇ ਸਹਿਸਾ ਗੂਣਾ। ਤੀਜੇ ਐਸੇ ਆ, ਦਾਨ ਕਰਨੀ ਥੇਲੀ ਤੇ ਮੰਗਣੀ ਹਵੇਲੀ। ਦੇ ਦੇ ਮੰਗੇ ਸਹਿਸਾ ਗੂਣਾ, ਸੇਵਾ ਥੋੜੀ ਮੰਗਣ ਬਹੁਤਾ। ਥੋੜੀ ਜੀ ਸੇਵਾ ਕਰਕੇ ਬਹੁਤਾ ਮੰਗ ਲੈਣਾ, ਥੋੜਾ ਜਿਹਾ ਦਾਨ ਕਰਕੇ ਉਹਦਾ ਬਹੁਤਾ ਫਲ ਮੰਗਣਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੋਭ ਕਰੇ ਸੰਸਾਰ। ਇੱਕ ਨਾ ਨੂੰ ਐਸਾ ਹੁੰਦਾ ਹੈ ਵੀ ਸਾਡੀ ਸੰਸਾਰ ਸੋਭਾ ਕਰੇ, ਇਹਨੇ ਦਾਨ ਕੀਤਾ। ਜੇ ਕਿਸੇ ਨੇ ਪੱਖਾ ਦਾਨ ਕਰਤਾ, ਉਹਦੇ ਫਰਾਂ ਤੇ ਆਪਣਾ ਨਾਂ ਲਿਖਾ ਲੈਣਾ। ਜੇ ਮਾਇਆ ਦਾਨ ਕੀਤੀ ਹੈ ਤਾਂ ਭਾਈ ਜੀ ਨੂੰ ਕਹਿਣਾ ਵੀ ਅਰਦਾਸ ਦੇ ਵਿੱਚ ਮੇਰਾ ਨਾਮ ਬੋਲੀ। ਜੇ ਕਿਤੇ ਗ੍ਰੰਥੀ ਸਿੰਘ ਤੋਂ ਵਿਚਾਰੇ ਤੋਂ ਭਾਈ ਤੋਂ ਨਾਮ ਰਹਿ ਗਿਆ ਬੋਲਣਾ, ਤਾਂ ਉਹਦੀ ਸ਼ਾਮਤ ਆ ਜਾਂਦੀ ਹੈ ਕਮੇਟੀ ਕੋਲ ਵੀ ਇਹਨੇ ਮੇਰਾ ਨਾਮ ਨਹੀਂ ਬੋਲਿਆ। ਉਹ ਦੱਸਣਾ ਕਿਹਨੂੰ ਹੈ, ਨਾਮ ਕਿਹਨੂੰ ਸੁਣਾਉਣਾ ਹੈ? ਕਿਉਂਕਿ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦੇਗ ਦੀ ਇੱਕ ਅਰਦਾਸ ਹੁੰਦੀ ਹੈ। ਜਿਸ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਤੋਂ ਬਾਅਦ 6 ਪੌੜੀਆਂ ਆਨੰਦ ਸਾਹਿਬ ਦੇਗ ਦੀ ਅਰਦਾਸ ਹੁੰਦੀ ਆ। ਉਸ ਵੇਲੇ ਅਰਦਾਸੀਆ ਅਖੀਰ 'ਚ ਇੱਕ ਸ਼ਬਦ ਪੜ੍ਹਦਾ ਹੈ। ਉਹ ਅਰਦਾਸ ਹੁੰਦੀ ਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ। ਮਹਾਰਾਜ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ ਗਈ, ਤਿੰਨਾਂ ਦੀ ਅਰਦਾਸ। ਹੁਣ ਇੱਥੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ। ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਭੇਟਾ ਕੀਤਾ ਮਹਾਰਾਜ, ਉਹਨਾਂ ਦੀ ਅਰਦਾਸ। ਹੁਣ ਮਹਾਰਾਜ ਤਾਂ ਜਾਣਦੇ ਆ ਨਾ। ਹੁਣ ਉਹ ਕੜਾਹ ਪ੍ਰਸ਼ਾਦ ਭੇਟਾ ਕਰਨ ਵਾਲੇ ਬੇਅੰਤ ਨੇ। ਐਸੇ ਐਸੇ ਗੁਰਸਿੱਖ ਵੀ ਨੇ ਵੀ ਜਿਨ੍ਹਾਂ ਨੇ ਇਕੱਠੀ ਰਸੀਦ ਕਟਾਈ ਹੁੰਦੀ ਹੈ ਵੀ ਸਾਡੀ ਰੋਜ਼ ਦੀ 10 ਰੁਪਇਆਂ ਦੀ ਦੇਗ ਹੋ ਜੇ, ਉਹ ਸਾਲ ਦੀ ਇਕੱਠੀ ਰਸੀਦ ਕਟਾ ਦਿੰਦੇ ਆ। ਕਈਆਂ ਨੇ ਐਸੇ ਵੀ 80-80 ਹਜ਼ਾਰ ਰੁਪਇਆ ਜਮ੍ਹਾਂ ਕਰਾ ਦਿੰਦੇ ਆ ਵੀ ਸਾਡੀ ਸਾਰੀ ਉਮਰ ਦੀ ਦੇਗ ਹੋ ਜਾਵੇ। ਉਹਨਾਂ ਦੀ ਸਦਾ ਲਈ ਅਰਦਾਸ ਹੁੰਦੀ ਰਹਿੰਦੀ ਹੈ, ਕਿਉਂਕਿ ਮਹਾਰਾਜ ਤਾਂ ਜਾਣਦੇ ਆ ਨਾ। ਪਰ ਬਹੁਤਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਸੋਭ ਕਰੇ ਸੰਸਾਰ, ਮੈਂ ਦਾਨ ਦਿੱਤਾ ਸੰਸਾਰ ਸੋਭਾ ਕਰੇ ਵੀ ਹਾਂ ਬੜਾ ਦਾਨੀ ਹੈ, ਉਹ ਬੜਾ ਦਾਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੇ ਸਤੀਆਂ ਮਨ ਸੰਤੋਖ ਉਪਜੈ। ਜਿਹੜੇ ਦਾਨ ਕਰਦੇ ਆ ਉਹ ਪ੍ਰਵਾਨ ਕੀਤੇ ਆ ਜਿਹੜੇ ਗੁਪਤ ਤਰੀਕੇ ਨਾਲ ਦਾਨ ਕਰਦੇ ਆ। ਪਰ ਕਈਆਂ ਨੇ ਰਸੀਦ ਦੇ ਉੱਤੇ ਫੇਰ ਵੀ ਗੁਪਤ ਦਾਨ ਲਿਖਾਉਣਾ ਹੈ।
ਜਾਂ ਪੱਖੇ ਦੇ ਉੱਤੇ ਗੁਪਤ ਦਾਨ ਲਿਖਾਉਣਾ, ਜਾਂ ਪੱਥਰ ਤੇ ਗੁਪਤ ਦਾਨ ਲਿਖਾਉਣਾ ਹੀ ਲਿਖਾਉਣਾ, ਕਿਉਂਕਿ ਫੁਰਨਾ ਨਾਸ ਨਹੀਂ ਹੁੰਦਾ। ਪਰ ਜਪਜੀ ਸਾਹਿਬ ਜੇ ਆਪਾਂ ਪੜ੍ਹਦੇ ਹਾਂ ਫੇਰ ਕੇ ਅੱਗੇ ਰੱਖੀ ਹੈ, ਉਹ ਵਾਹਿਗੁਰੂ ਦਾ ਸਾਰਾ ਕੁਝ ਦਿੱਤਾ ਹੋਇਆ ਫੇਰ ਕੇ ਮੋੜ ਕੇ ਉਹਦਾ ਦਿੱਤਾ ਹੋਏ ਅਸੀਂ ਕੀ ਦਈਏ ਅੱਗੇ। ਜੋ ਕੁਝ ਸਾਡੇ ਕੋਲ ਹੈ ਉਹ ਤਾਂ ਸਾਰਾ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ, ਉਸੇ ਦਾ ਦਿੱਤਾ ਫੇਰ ਕੇ ਅੱਗੇ ਮੋੜ ਕੇ ਉਹਦੇ ਅੱਗੇ ਕੀ ਰੱਖੀਏ। ਉਹ ਵਾਹਿਗੁਰੂ ਦਾ ਦਾਨ ਲੈ ਕੇ ਅਸੀਂ ਅੱਗੇ ਵੱਡੇ ਦਾਤੇ ਬਣੇ ਰਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਪਰਮੇਸ਼ਰ ਵਾਹਿਗੁਰੂ ਸਾਰੇ ਜੀਆਂ ਦਾ ਦਾਤਾ ਹੈ। ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਤੇਰੀ ਟੇਕ ਤੇਰਾ ਆਧਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਟੇਕ ਤੇਰਾ ਆਧਾਰ। ਇਹ ਵਾਹਿਗੁਰੂ ਤੇਰੀ ਵੀ ਟੇਕ ਹੈ, ਤੇਰਾ ਆਸਰਾ ਸਾਡੇ ਮਨ ਦੇ ਵਿੱਚ, ਜੋ ਤੂੰ ਕਰਦਾ ਤੂੰ ਕਰੇ ਸੋ ਹੋਏ। ਤੇਰਾ ਹੀ ਆਧਾਰ ਮਨ ਵਿੱਚ ਆਸਰਾ ਧਾਰੇ ਹੈ। ਜਿਵੇਂ ਅੱਜ ਭਗਤ ਨਾਮਦੇਵ ਜੀ ਦਾ ਪਵਿੱਤਰ ਦਿਹਾੜਾ, ਜਨਮ ਦਿਹਾੜਾ। ਭਗਤ ਨਾਮਦੇਵ ਜੀ ਦਾ ਜਦੋਂ ਆਪਾਂ ਜੀਵਨ ਵਿਚਾਰਦੇ ਹਾਂ, ਨਰਸੀ ਬਾਹਮਣੀ ਪਿੰਡ ਮਹਾਰਾਸ਼ਟਰ ਦੇ ਵਿੱਚ ਸਤਾਰੇ ਜ਼ਿਲ੍ਹੇ ਦੇ ਵਿੱਚ ਭਗਤ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਮਹਾਨ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜੀ ਦੇ ਮਾਤਾ ਪਿਤਾ ਉਹ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਭਗਤ ਨੇ। ਭਗਤ ਜੀ ਦੇ ਪਿਤਾ ਜੀ ਹਮੇਸ਼ਾ ਉਸ ਪਰਮੇਸ਼ਰ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਅੱਗੇ ਚੌਂਕੜਾ ਮਾਰ ਕੇ ਬੈਠਦੇ ਆ, ਭਗਤੀ ਕਰਦੇ ਆ। ਦੋਵੇਂ ਭਗਤ ਅਤੇ ਭਗਤਣੀ ਦੇ ਘਰ ਦੇ ਵਿੱਚ ਭਗਤ ਜੀ ਦਾ ਜਦੋਂ ਜਨਮ ਹੁੰਦਾ ਹੈ ਤਾਂ ਮਨ ਦੇ ਵਿੱਚ ਐਸਾ ਉਸ ਵੇਲੇ ਗੁਰਸੰਗਤ ਜੀ ਭਗਤ ਦੇ ਰੰਗ ਚੜ੍ਹਦਾ ਹੈ, ਭਗਤ ਜੀ ਦਾ ਬਚਪਨ ਤੋਂ ਹੀ ਜੀਵਨ ਭਗਤੀ ਵਾਲਾ ਹੋ ਜਾਂਦਾ ਹੈ। ਭਗਤ ਨਾਮਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਬੜਾ ਅਚਰਜ ਜੀਵਨ ਹੈ। ਇਤਿਹਾਸਕਾਰ ਲਿਖਦੇ ਆ ਵੀ ਇੱਕ ਦਿਨ ਪਿਤਾ ਜੀ ਨੇ ਕਿਤੇ ਬਾਹਰ ਜਾਣਾ ਹੈ, ਰੋਜ਼ਾਨਾ ਠਾਕੁਰ ਜੀ ਨੂੰ ਦੁੱਧ ਦਾ ਭੋਗ ਲਵਾਉਂਦੇ, ਅੱਜ ਭਗਤ ਜੀ ਦੀ ਡਿਊਟੀ ਲਾ ਦਿੱਤੀ ਹੈ। ਤੇ ਭਗਤ ਜੀ ਨੇ ਵੇਖਿਆ ਵੀ ਮੇਰੇ ਪਿਤਾ ਜੀ ਉਹ ਰੋਜ਼ ਦੁੱਧ ਨੂੰ ਭੋਗ ਲਵਾਉਂਦੇ ਆ ਤੇ ਅੱਜ ਮੇਰੀ ਡਿਊਟੀ ਲਾਈ ਹੈ। ਠਾਕੁਰ ਨੂੰ ਕਹਿ ਰਹੇ ਆ, ਹੇ ਠਾਕੁਰ ਦੁੱਧ ਨੂੰ ਭੋਗ ਲਾ, ਜੇ ਤੂੰ ਭੋਗ ਲਾਏਂਗਾ ਫੇਰ ਅਸੀਂ ਵਰਤਾਂਗੇ। ਹੁਣ ਪਿਤਾ ਤਾਂ ਅਰਦਾਸ ਕਰਕੇ ਮੂਹਰੋਂ ਚੱਕ ਲੈਂਦਾ ਸੀ ਰੋਜ਼, ਪਰ ਭਗਤ ਜੀ ਨੇ ਹੱਠ ਧਾਰ ਲਿਆ। ਹੁਣ ਬਚਪਨ ਸੀ, ਬਾਲਪਨ ਸੀ, ਭੋਲਾ ਭਾ ਸੀ। ਭੋਲਾ ਭਾ ਦੇਖ ਕੇ, ਕਿਉਂਕਿ ਭੋਲੇ ਭਾਏ ਮਿਲਾ ਰਘੁਰਾਇਆ, ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਨਾਮਦੇਵ ਜੀ ਦੇ ਦੁੱਧ ਨੂੰ ਭੋਗ ਲਾਇਆ। ਇਸੇ ਤਰ੍ਹਾਂ ਦੇ ਕੌਤਕ 72 ਦਾ ਜ਼ਿਕਰ ਆਉਂਦਾ, 72 ਵਾਰ ਸਰਗੁਣ ਸਰੂਪ ਨੇ ਪ੍ਰਤੱਖ ਰੂਪ ਵਿੱਚ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤਾ। ਭਗਤ ਜੀ ਦੀ ਬੜੀ ਸੋਭਾ ਸੰਸਾਰ ਦੇ ਵਿੱਚ ਪ੍ਰਗਟ ਹੋਈ। ਜ਼ਿਕਰ ਆਉਂਦਾ ਵੀ ਭਗਤ ਜੀ ਮਹਾਰਾਸ਼ਟਰ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੇ ਹੁੰਦੇ ਹੋਏ ਪ੍ਰੇਮਾ ਭਗਤੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਵਿਚਰਦਿਆਂ ਦਿੱਲੀ ਦੇ ਇਲਾਕੇ ਵਿੱਚ ਆਏ ਆ। ਇੱਥੇ ਉਸ ਵੇਲੇ ਲੋਧੀਆਂ ਦਾ ਰਾਜ ਹੈ। ਜ਼ਿਕਰ ਆਉਂਦਾ ਵੀ ਸਿਕੰਦਰ ਲੋਧੀ ਦਾ ਰਾਜ ਸੀ ਉਸ ਵੇਲੇ। ਭਗਤ ਜੀ ਦਰਿਆ ਦੇ ਕੰਢੇ ਬੈਠੇ ਆ। ਉਸ ਸਮੇਂ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਐਸੀ ਕੁਰੀਤੀ ਸੀ ਸਮਾਜ ਦੇ ਵਿੱਚ, ਉਹਦੀ ਘਰਵਾਲੀ ਨੂੰ ਨਾਲ ਸਤੀ ਹੋਣਾ ਪੈਂਦਾ। ਇਹ ਤਾਂ ਗੁਰੂ ਅਮਰਦਾਸ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਇਹ ਸਤੀ ਪ੍ਰਥਾ ਸਤਿਗੁਰੂ ਜੀ ਨੇ ਮਿਟਾ ਦਿੱਤੀ। ਕਹਿੰਦੇ ਭਗਤ ਜੀ ਸਮਾਧੀ ਵਿੱਚ ਬੈਠੇ ਆ, ਇੱਕ ਕੋਈ ਮੁਰਦੇ ਨੂੰ ਲਈ ਜਾ ਰਹੇ ਆ। ਉਹਦੇ ਨਾਲ ਉਹਦੇ ਘਰ ਵਾਲੀ ਜੀ ਨੂੰ ਸਤੀ ਕਰਨਾ, ਉਹਨੂੰ ਵੀ ਨਾਲ ਨਾਲ ਲਈ ਜਾ ਰਹੇ ਆ। ਸਿਆਣੀਆਂ ਮਾਈਆਂ ਕਹਿਣ ਲੱਗੀਆਂ, ਐ ਬੇਟੀ ਤੈਂ ਪਤੀ ਦੀ ਚਿਖਾ ਵਿੱਚ ਸੜ ਕੇ ਮਰ ਜਾਣਾ ਜਿਉਂਦੀ ਨੇ,
ਆ ਭਗਤ ਨਾਮਦੇਵ ਬੈਠਾ, ਸੁਣਿਆ ਵੀ ਪੁੱਜਿਆ ਹੋਇਆ ਸੰਤ ਹੈ, ਤੂੰ ਇਹਦੇ ਮੱਥਾ ਟਰਨੀ ਟੇਕ ਲੈ, ਤੇਰਾ ਭਲਾ ਹੋ ਜਾਵੇਗਾ। ਉਹ ਲੜਕੀ ਨੇ ਭਗਤ ਨਾਮਦੇਵ ਜੀ ਨੂੰ ਮੱਥਾ ਟੇਕਿਆ। ਭਗਤ ਜੀ ਨੇ ਨੇਤਰ ਬੰਦ ਨੇ, ਧਿਆਨ ਵਿੱਚ ਬੈਠੇ ਹੀ ਸਿਰ ਤੇ ਹੱਥ ਰੱਖ ਕੇ ਅਸੀਸ ਦੇ ਦਿੱਤੀ, ਪੁੱਤਰ ਬੁੱਢ ਸੁਹਾਗਣ ਹੋਵੇ। ਉਹ ਲੜਕੀ ਹੈਰਾਨ ਹੋ ਗਈ ਵੀ ਮੇਰਾ ਤਾਂ ਪਤੀ ਚੜ੍ਹਾਈ ਕਰ ਗਿਆ, ਮੈਨੂੰ ਬੁੱਢ ਸੁਹਾਗਣ ਦਾ ਇਹ ਬਚਨ ਕਰ ਰਹੇ ਆ। ਉਹਨੇ ਭਗਤ ਜੀ ਦੇ ਚਰਨ ਪਕੜ ਲਏ, ਕਹਿਣ ਲੱਗੇ ਭਗਤ ਜੀ ਤੁਸੀਂ ਦੇਖੋ ਬਚਨ ਕੀਤਾ ਹੈ ਵੀ ਬੁੱਢ ਸੁਹਾਗਣ ਹੋਵੇ, ਮੇਰਾ ਪਤੀ ਚੜ੍ਹਾਈ ਕੀਤਾ ਹੋਇਆ, ਤੁਸੀਂ ਇਹ ਬਚਨ ਕਹੋ ਵੀ ਜਾਂ ਤਾਂ ਇਹ ਝੂਠਾ ਹੈ ਜਾਂ ਮੇਰੇ ਪਤੀ ਨੂੰ ਜਿਉਂਦਾ ਕਰੋ। ਬੜਾ ਵਿਸਥਾਰ ਦਾ ਪ੍ਰਸੰਗ ਆ, ਮੈਂ ਸੂਖਮ ਬੇਨਤੀ ਕਰਾਂ। ਪਰਮੇਸ਼ਰ ਨੇ ਐਸੀ ਕਲਾ ਵਰਤਾਈ, ਉਹਦਾ ਪਤੀ ਜਿਉਂਦਾ ਹੋ ਗਿਆ। ਸਾਰੇ ਦਿੱਲੀ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਭਗਤ ਜੀ ਦੀ ਵਡਿਆਈ ਹੋ ਗਈ। ਗੋਬਿੰਦ 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 ਸੰਗ ਨਾਮ ਦਿਓ, ਮਨ ਲੀਣਾ ਆੜ ਦਾਮ ਕੋ ਸੀਪਰੋ ਹੋਇਓ ਲਾਖੀਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ। ਇਹ ਸੋਭਾ ਬਾਦਸ਼ਾਹ ਦੇ ਵੀ ਕਰਨੀ ਪਈ ਆ। ਜਦੋਂ ਕਿਸੇ ਪ੍ਰਭੂ ਪਿਆਰੇ ਦੀ ਸੋਭਾ ਹੋਵੇ, ਸੰਗਤਾਂ ਦੇ ਲੋਕਾਂ ਦੀ ਭੀੜ ਹੋਣ ਲੱਗ ਜਾਵੇ, ਅਕਸਰ ਜਿਹੜੇ ਸਿਆਸੀ ਲੋਕ ਹੁੰਦੇ ਆ ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਸਾਡੇ ਉਲਟ ਨਾ ਚੱਲ ਪਏ। ਸਿਕੰਦਰ ਲੋਧੀ ਨੇ ਭਗਤ ਜੀ ਨੂੰ ਬੁਲਾਇਆ, ਕਹਿਣ ਲੱਗਿਆ ਵੀ ਮੇਰੀ ਮਰੀ ਹੋਈ ਗਊ ਜਿਉਂਦੀ ਕਰ। ਮੈਂ ਸੂਖਮ ਬੇਨਤੀ ਕਰ ਰਿਹਾ, ਬੜੇ ਵਿਸਥਾਰ ਦੇ ਪ੍ਰਸੰਗ ਨੇ ਇਹ। ਭਗਤ ਜੀ ਨੇ ਬਾਣੀ ਦੇ ਵਿੱਚ ਬਚਨ ਹੈ। ਭਗਤ ਜੀ ਕਹਿੰਦੇ ਹੇ ਬਾਦਸ਼ਾਹ, ਮਰੀ ਹੋਈ ਗਊ ਕਿਵੇਂ ਜਿਉਂਦੀ ਹੋ ਸਕਦੀ ਹੈ? ਕਹਿੰਦਾ ਜਿਵੇਂ ਉਹ ਬ੍ਰਾਹਮਣੀ ਦਾ ਪਤੀ ਜਿਉਂਦਾ ਕੀਤਾ, ਐਵੇਂ ਮੇਰੀ ਵੀ ਮਰੀ ਗਊ ਜਿਉਂਦੀ ਕਰ। ਭਗਤ ਜੀ ਕਹਿਣ ਲੱਗੇ ਉਹ ਮੈਂ ਨਹੀਂ ਜਿਉਂਦਾ ਕੀਤਾ, ਉਹ ਤਾਂ ਪਰਮੇਸ਼ਰ ਨੇ ਜਿਉਂਦਾ ਕੀਤਾ। ਤੇਰੀ ਟੇਕ ਤੇਰਾ ਆਧਾਰ, ਮੈਨੂੰ ਤਾਂ ਉਸੇ ਦਾ ਆਸਰਾ ਹੈ, ਉਸੇ ਦੀ ਟੇਕ ਹੈ, ਮੇਰੇ 'ਚ ਤਾਂ ਕੋਈ ਜ਼ੋਰ ਨਹੀਂ। ਉਦੋਂ ਕੀਤੇ ਤੋਂ ਬਿਨਾਂ ਕੁਝ ਨਹੀਂ ਹੁੰਦਾ, ਮੇਰੇ 'ਚ ਕੋਈ ਸ਼ਕਤੀ ਨਹੀਂ ਮੈਂ ਤੇਰੀ ਗਊ ਜਿਉਂਦੀ ਕਰ ਸਕਾਂ। ਬਾਦਸ਼ਾਹ ਕਹਿਣ ਲੱਗਿਆ ਨਾਮਦੇਵ ਮੈਨੂੰ ਨਹੀਂ ਪਤਾ, ਜਾਂ ਤਾਂ ਗਊ ਜਿਉਂਦੀ ਕਰ, ਨਹੀਂ ਤਾਂ ਤੈਨੂੰ ਤਲਵਾਰ ਦੇ ਨਾਲ ਸਿਰ ਧੜ ਤੋਂ ਵੱਖਰਾ ਕਰ ਦੇਣਾ ਹੈ, ਜਾਂ ਫਿਰ ਤੀਸਰਾ ਰਸਤਾ ਹੈ, ਤੂੰ ਰਾਮ ਰਾਮ ਕਹਿਣਾ ਛੱਡ ਕੇ ਅੱਲਾ ਅੱਲਾ ਕਹਿਣ ਲੱਗ ਜਾ। ਭਗਤ ਜੀ ਕਹਿਣ ਲੱਗੇ ਭਾਵੇਂ ਮੈਂ ਅੱਲਾ ਅੱਲਾ ਕਹਿ ਦੇਣਾ ਰੰਗ ਵਿੱਚ ਆਇਆ, ਪਰ ਅੱਜ ਤੂੰ ਜ਼ਬਰਦਸਤੀ ਕਹਾਉਣਾ, ਮੈਂ ਜ਼ਬਰਦਸਤੀ ਨਹੀਂ ਕਹਿਣਾ। ਉਹ ਵਿਆਪਕ ਵਾਹਿਗੁਰੂ ਦਾ ਜੋ ਨਾਮ ਜਪ ਰਿਹਾ ਮੈਂ ਉਹੀ ਜਪਾਂਗਾ। ਭਾਵੇਂ ਮਾਂ ਵੀ ਆਈ, ਕਹਿਣ ਲੱਗੀ ਪੁੱਤਰ ਰੋਜ਼ ਤੂੰ ਕਦੇ ਰੰਗ ਵਿੱਚ ਆਇਆ, ਕੋਈ ਨਾਂ ਲੈਣਾ ਹੈ, ਕਦੇ ਬੀਠਲ ਕਹਿਣਾ ਹੈ, ਕਦੇ ਗੋਬਿੰਦ ਕਹਿਣਾ ਹੈ, ਕਦੇ ਨਾਰਾਇਣ ਕਹਿਣਾ ਹੈ। ਕਿਉਂਕਿ ਭਗਤ ਜੀ ਦੇ ਮਾਤਾ ਰਾਜਾ ਬਾਈ ਜੀ ਦੇ ਨਾਲ ਸ਼ਾਦੀ ਹੋਈ, 4 ਪੁੱਤਰ ਤੇ 1 ਧੀ ਸੀ। ਉਹਨਾਂ ਦੇ ਨਾਮ ਵੀ ਭਗਤ ਜੀ ਨੇ ਐਸੇ ਰੱਖੇ, ਇੱਕ ਦਾ ਨਾਮ ਨਾਰਾਇਣ, ਇੱਕ ਦਾ ਨਾਮ ਗੋਬਿੰਦ ਰੱਖਿਆ, ਇੱਕ ਦਾ ਨਾਮ ਬੀਠਲ ਰੱਖਿਆ। ਪਰਮੇਸ਼ਰ ਦੇ ਨਾਮਾਂ ਤੇ ਨਾਮ ਰੱਖੇ ਆ। ਭਗਤ ਜੀ ਕਹਿਣ ਲੱਗੇ ਮਾਂ ਭਾਵੇਂ ਮੈਂ ਬੜੇ ਨਾਮ ਪਰਮੇਸ਼ਰ ਦੇ ਜਪਦਾ, ਕੀਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ, ਪਰ ਮਾਂ ਮੈਂ ਅੱਜ ਇਹਦੇ ਕਹੇ ਤੇ ਆਪਣਾ ਧਰਮ ਨਹੀਂ ਛੱਡਣਾ, ਧਰਮ ਨਹੀਂ ਤਿਆਗਣਾ। ਉਹ ਮਨੁੱਖੀ ਕੀ ਜਿਹਨੇ ਲਾਲਚ ਵਿੱਚ ਆ ਕੇ ਜਾਂ ਮੌਤ ਦੇ ਭੈ ਤੋਂ ਆ ਕੇ ਧਰਮ ਤਿਆਗ ਦਿੱਤਾ। ਅੱਜ ਬੜੇ ਲੋਕ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ ਦੀ ਧਰਤੀ ਤੇ ਥੋੜੇ ਥੋੜੇ ਲਾਲਚ ਵਿੱਚ ਆ ਕੇ, ਥੋੜੀ ਮਾਇਆ ਪਿੱਛੇ ਆਪਣੇ ਧਰਮ ਨੂੰ ਛੱਡ ਰਹੇ ਆ। ਉਹ ਭੁੱਲ ਗਏ ਜਿਸ ਧਰਮ ਦੇ ਵਿੱਚ ਜਾ ਰਹੇ ਆ ਉੱਥੇ ਤਾਂ ਇੱਕ ਸ਼ਹੀਦ ਕਹਿ ਰਹੇ ਨੇ, ਇੱਥੇ ਤਾਂ ਸ਼ਹੀਦਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਉੱਥੇ ਤਾਂ ਇੱਕ ਨੂੰ ਸਲੀਬ ਤੇ ਟੰਗਿਆ, ਇੱਥੇ ਤਾਂ ਬੇਅੰਤ ਸ਼ਹੀਦ ਆ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ। ਇੱਥੇ ਤਾਂ ਨਿੱਕੀ ਤੋਂ ਨਿੱਕੀ ਉਮਰ ਦੇ ਸ਼ਹੀਦ ਨੇ, ਵੱਡੀ ਤੋਂ ਵੱਡੀ ਉਮਰ ਦੇ ਸ਼ਹੀਦ ਨੇ। ਇੱਥੇ ਤਾਂ ਇਸਤਰੀਆਂ ਵੀ ਸ਼ਹੀਦ ਨੇ, ਮਾਈਆਂ ਵੀ ਸ਼ਹੀਦ ਨੇ, ਭਾਈ ਵੀ ਸ਼ਹੀਦ ਨੇ। ਉਹ ਭੁਲੇਖੇ ਵਿੱਚ ਲੋਕ ਨੇ
ਜਿਹੜਾ ਧਰਮ ਛੱਡ ਕੇ ਕਿਸੇ ਹੋਰ ਦੂਸਰੇ ਧਰਮ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਲਾਲਚ ਵਿੱਚ ਆ ਕੇ ਜਾਂ ਕਿਸੇ ਭੈ ਵਿੱਚ ਆ ਕੇ, ਉਹਨੂੰ ਪਰਮੇਸ਼ਰ ਨੇ ਪ੍ਰਵਾਨ ਨਹੀਂ ਕਰਨਾ। ਗੁਰੂ ਨਾਨਕ ਨੇ ਕਿਸੇ ਦਾ ਧਰਮ ਨਹੀਂ ਛਡਾਇਆ। ਮਹਾਰਾਜ ਨੇ ਕਿਹਾ ਭਾਈ ਆਪਣੇ ਆਪਣੇ ਧਰਮ ਵਿੱਚ ਪੱਕੇ ਰਹੋ। ਹਾਂ, ਜਿਹਨੇ ਸਿੱਖੀ ਧਾਰਨੀ ਹੈ ਉਹ ਸਿੱਖੀ ਵਿੱਚ ਪਰਪੱਕ ਰਵੇ। ਕਈ ਲੋਕ ਅੱਜ ਸਿੱਖੀ ਦਾ ਲਿਬਾਸ ਧਾਰ ਕੇ ਹੋਰ ਧਰਮਾਂ ਦੇ ਵਿੱਚ ਪਖੰਡ ਕਰ ਰਹੇ ਨੇ। ਨਾਮ ਦੇ ਨਾਲ ਆਪਣੇ ਫੇਰ ਸਿੰਘ ਲਗਾਇਆ ਹੋਇਆ ਹੈ, ਪਰ ਬਣੇ ਹੋਏ ਹੋਰ ਧਰਮਾਂ ਦੇ ਪ੍ਰਚਾਰਕ ਨੇ। ਇੱਥੋਂ ਹੀ ਉਹਨਾਂ ਦੇ ਕੁਝ ਕੋਝੀ ਚਾਲ ਪਤਾ ਪ੍ਰਗਟ ਹੁੰਦੀ ਹੈ ਸੰਗਤ ਜੀ। ਜੇ ਉਹਨਾਂ ਨੇ ਆਪਣਾ ਧਰਮ ਬਦਲ ਹੀ ਲਿਆ ਤਾਂ ਨਾਮ ਨਾਲ ਸਿੰਘ ਕਿਉਂ ਲਾਉਂਦੇ ਆ? ਸਿੱਖੀ ਵਾਲਾ ਲਿਬਾਸ ਦਸਤਾਰ ਕਿਉਂ ਧਾਰਨ ਕਰਦੇ ਆ? ਉਹ ਸਿੱਖੀ ਵਾਲਾ ਲਿਬਾਸ ਵੀ ਫਿਰ ਛੱਡ ਦੇਣ। ਉਹ ਲੋਕਾਂ ਵਿੱਚ ਵਹਿਮ ਪਾ ਰਹੇ ਆ, ਭਰਮ ਪਾ ਰਹੇ ਆ। ਭਗਤ ਜੀ ਕਹਿਣ ਲੱਗੇ, ਮਾਂ ਜੇ ਤੂੰ ਕਹਿਨੀ ਆ ਮੈਂ ਧਰਮ ਛੱਡ ਦਿਆਂ, ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਂ ਏ। ਅੱਜ ਭਗਤ ਨਾਮਦੇਵ ਜੀ ਵੇਖੋ, ਬਸਤਰ ਰੰਗ ਕੇ ਗੁਜ਼ਾਰਾ ਕਰਦੇ ਸੀ। ਸੰਸਾਰ ਕਰਕੇ, ਮਾਇਆ ਕਰਕੇ ਕਿੰਨੀ ਗਰੀਬੀ। ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਬਾਦਸ਼ਾਹ ਨੇ ਭਗਤ ਜੀ ਦੀ ਛੱਪਰੀ ਢਹਾ ਦਿੱਤੀ ਸੀ। ਕਾਨਿਆਂ ਦੀ ਛੱਪਰੀ ਪਰਮੇਸ਼ਰ ਨੇ ਆਪ ਬੰਨੀ। ਅੱਜ ਤਾਂ ਫਿਰ ਵੀ ਇੱਟਾਂ ਦੇ ਮਕਾਨ ਨੇ। ਜੇ ਗਰੀਬੀ ਹੈ, ਅਸੀਂ ਧਰਮ ਛੱਡ ਰਹੇ ਹਾਂ। ਭਗਤ ਨਾਮਦੇਵ ਜੀ ਦੇ ਜੀਵਨ ਤੋਂ ਸਿੱਖਿਆ ਲਈ ਹੈ। ਜੇ ਮਾਂ ਨੇ ਪ੍ਰੇਰਣਾ ਕੀਤੀ ਤਾਂ ਮਾਂ ਨੂੰ ਕਹਿ ਦਿੱਤਾ, ਹੇ ਮੇਰੀ ਮਾਂ, ਜੇ ਤੂੰ ਮੈਨੂੰ ਮੇਰੇ ਧਰਮ ਤੋਂ ਛੱਡਣ ਦੀ ਪ੍ਰੇਰਣਾ ਦੇ ਰਹੀ ਹੈ, ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਂ ਏ। ਨਾ ਮੈਂ ਤੇਰਾ ਪੁੱਤ ਆ, ਨਾ ਤੂੰ ਮੇਰੀ ਮਾਂ ਏ। ਫਿਰ ਧਰਮ ਛੱਡਣ ਲਈ ਨਾ ਕਹੇ। ਭਗਤ ਜੀ ਨੂੰ 7.5 ਘੜੀਆਂ ਦਾ ਟਾਈਮ ਦਿੱਤਾ ਗਿਆ। ਜਿਸ ਵੇਲੇ 7 ਘੜੀਆਂ ਸਮਾਧੀ ਲਾਈ ਹੋਈ ਪਰਮੇਸ਼ਰ ਦੀ ਸਿਫਤ ਕਰਦਿਆਂ ਬਤੀਤ ਹੋਈ। ਪਹਿਰੇਦਾਰ ਨੇ ਆ ਕੇ ਦੱਸਿਆ ਬਾਦਸ਼ਾਹ ਨੂੰ ਵੀ ਆ ਬਾਦਸ਼ਾਹ 7 ਘੜੀਆਂ ਬਤੀਤ ਹੋ ਗਈਆਂ, ਅੱਧੀ ਘੜੀ ਰਹਿ ਗਈ। ਉਸੇ ਵੇਲੇ ਪਰਮੇਸ਼ਰ ਵਾਹਿਗੁਰੂ ਨੇ ਪ੍ਰਗਟ ਹੋ ਕੇ ਉਹਦੀ ਗਊ ਜਿਉਂਦੀ ਕਰ ਦਿੱਤੀ। ਜ਼ਿਕਰ ਆਉਂਦਾ, ਭਗਤ ਨੂੰ ਪੁੱਛਿਆ, ਹੇ ਨਾਮਦੇਵ, ਕਹੋ ਤਾਂ ਧਰਨੇ ਕੋਡੀ ਕਰੋ, ਕਹੋ ਤਾਂ ਲੈ ਕਰ ਉੱਪਰ ਧਰੋ। ਹੇ ਨਾਮਦੇਵ, ਜੇ ਕਹੇ ਧਰਤੀ ਪੁੱਠੀ ਕਰ ਦਿੰਨੇ ਆ, ਜੇ ਕਹੇ ਬਾਦਸ਼ਾਹ ਦੇ ਸਿਰ ਤੇ ਧਰਤੀ ਦਾ ਬੋਝ ਪਾ ਦਿੰਨੇ ਆ, ਲੈ ਕਰ ਉੱਪਰ ਧਰੋ। ਭਗਤ ਜੀ ਕਹਿਣ ਲੱਗੇ, ਹੈ ਵਾਹਿਗੁਰੂ, ਕਾਹਨੂੰ ਇੰਨੇ ਲੋਕਾਂ ਨੂੰ ਤਕਲੀਫ ਦੇਣੀ ਹੈ? ਜਿਹਦੇ ਪਿੱਛੇ ਹੱਠ ਕਰੀ ਬੈਠਾ ਉਹ ਮਰੀ ਹੋਈ ਗਊ ਹੀ ਜਿਉਂਦੀ ਕਰ ਦਿਓ। ਪਰਮੇਸ਼ਰ ਨੇ ਕਹਿੰਦੇ ਮਰੀ ਹੋਈ ਗਊ ਜਦੋਂ ਜਿਉਂਦੀ ਕੀਤੀ, ਐਸੀ ਕਲਾ ਵਰਤੇ, ਉਹ ਸਿਕੰਦਰ ਲੋਧੀ ਵਰਗੇ ਵੀ ਭਗਤ ਨਾਮਦੇਵ ਜੀ ਦੇ ਚਰਨੀ ਆ ਕੇ ਡਿੱਗੇ। ਅੱਜ ਐਸੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਗੁਰਸਿੱਖ ਬੈਠੇ ਆ, ਉੱਥੇ ਸਾਰੇ ਥਾਵਾਂ ਤੇ ਆਪਣੀ ਸਰਧਾ ਅਕੀਦੇ ਨਾਲ ਮਨਾ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਥਾਂ, ਹਰ ਗੁਰਦੁਆਰੇ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨ ਆ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਹੋਏ ਆ, ਭੋਗ ਪਾਏ ਜਾਣਗੇ। ਸੰਗਤ ਜੀ, ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਭਗਤ ਜੀ ਦੇ ਜਨਮ ਦਿਹਾੜੇ ਦੀ। ਭਗਤ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਹੈ। ਕਿਵੇਂ ਉਹਨਾਂ ਨੇ ਗਰੀਬੀ ਹੁੰਦਿਆਂ ਹੋਇਆਂ ਵੀ ਧਰਮ ਨਹੀਂ ਛੱਡਿਆ, ਕਿਵੇਂ ਉਹਨਾਂ ਨੇ ਸਵਾਸ ਸਵਾਸ ਨਾਮ ਜਪਿਆ, ਉਹਨਾਂ ਦੇ ਜੀਵਨ ਤੋਂ ਅਸੀਂ ਸੇਧ ਲੈਣੀ ਆ। ਉਹਨਾਂ ਨੇ ਜੋ ਅੱਜ ਬਚਨ ਮਹਾਰਾਜ ਦਾ ਹੈ, ਤੇਰਾ ਜੋਰ ਤੇਰੀ ਮਨ ਟੇਕ, ਇਹ ਵਾਹਿਗੁਰੂ ਤੇਰਾ ਹੀ ਜੋਰ ਆ, ਤੇਰੇ ਹੀ ਮਨ ਵਿੱਚ ਟੇਕ ਹੈ, ਤੇਰਾ ਹੀ ਆਧਾਰ ਅਸੀਂ ਆਸਰਾ ਤੱਕਿਆ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਆ, ਹੈ ਤੂੰ ਹੋਵਨਹਾਰ। ਹੇ ਵਾਹਿਗੁਰੂ ਜੀ, ਤੂੰ ਹੁਣ ਵਰਤਮਾਨ ਵਿੱਚ ਹੈ ਤੇ ਪਿੱਛੇ ਭੂਤ ਕਾਲ ਵਿੱਚ ਵੀ ਤੂੰ ਸੀ, ਅੱਗੇ ਭਵਿੱਖਤ ਕਾਲ ਵਿੱਚ ਵੀ ਤੂੰ ਹੀ ਹੋਣਾ। ਇਹ ਨਹੀਂ ਵੀ ਹੁਣ ਕੋਈ ਹੋਰ ਰੱਬ ਦੀ ਡਿਊਟੀ ਆ ਗਈ, ਪਿੱਛੇ ਕੋਈ ਹੋਰ ਰੱਬ ਸੀ, ਅਗਾਂਹ ਕਿਸੇ ਦੀ ਹੋਰ ਡਿਊਟੀ ਬਦਲ ਜਾਣੀ ਹੈ। ਨਹੀਂ, ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ।
ਤੂੰ ਸਦਾ ਸਦਾ ਤੂੰ ਹੀ ਹੈ। ਆਗਮ ਆਗਾਦ ਊਚ ਅਪਾਰ। ਪਰ ਉਹ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੀ ਪਹੁੰਚ ਤੇ ਨਹੀਂ ਹੈ। ਮਨ ਕਰਕੇ ਉਹ ਅਗਮ ਹੈ, ਬੁੱਧੀ ਕਰਕੇ ਉਹ ਅਗਾਧ ਹੈ। ਬੁੱਧੀ ਕਰਕੇ ਅਸੀਂ ਉਹਦੀ ਡੂੰਘਾਈ ਨੂੰ ਨਾਪ ਨਹੀਂ ਸਕਦੇ। ਊਚ ਉੱਚਿਆਂ ਤੋਂ ਵੀ ਉੱਚਾ ਹੈ। ਸੰਸਾਰ ਦੇ ਵਿੱਚ ਬੜੇ ਉੱਚੇ ਬਣੇ ਨੇ, ਪਰ ਉੱਚਿਆਂ ਤੋਂ ਵੀ ਉੱਚਾ ਹੈ। ਅਪਾਰ, ਉਹਦਾ ਨਾ ਕੋਈ ਉਰਲਾ ਪਾਸਾ ਹੈ ਨਾ ਕੋਈ ਪਰਲਾ ਪਾਸਾ ਹੈ। ਉਹ ਉਰਾਰ ਪਾਰ ਤੋਂ ਵੀ ਰਹਿਤ ਹੈ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ। ਜਿਹੜਾ ਉਹਨੂੰ ਸੇਵ ਹੈ ਕਹੀਏ, ਸਿਮਰਨ ਕਰਦਾ, ਉਹਦਾ ਜਾਪ ਕਰਦਾ, ਉਹਨੂੰ ਜਪਦਾ ਹੈ, ਜਾਲ ਕਰਦਾ, ਉਹਨੂੰ ਕੀ ਫਲ ਮਿਲਦਾ? ਮਹਾਰਾਜ ਕਹਿੰਦੇ ਤਿਨ ਭਉ ਦੁਖ ਨਾਹੀ। ਉਹਦਾ ਭੈ ਮਿਟ ਜਾਂਦਾ ਹੈ। ਉਹਦੇ ਸਾਰੇ ਤਰ੍ਹਾਂ ਦੇ ਜਿਹੜੇ ਭੈ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ। ਫਿਰ ਨਾਲ ਮਹਾਰਾਜ ਕਹਿੰਦੇ ਦੁੱਖ ਨਾਹੀ, ਦੁੱਖ ਵਿਨਸੇ ਸੁਖ ਪਾਇਆ। ਉਹਦੇ ਸਾਰੇ ਦੁੱਖ ਮਿਟ ਜਾਂਦੇ ਆ। ਸੁੱਖ ਦੀ ਪ੍ਰਾਪਤੀ ਲੋਕ ਤੇ ਪਰਲੋਕ ਵਿੱਚ ਹੋ ਜਾਂਦੀ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਹਾਂ, ਜੇ ਕੋਈ ਕਹੇ ਵੀ ਮੈਂ ਆਪ ਹੀ ਨਾਮ ਜਪ ਲੈਣਾ, ਜਿਵੇਂ ਅੱਜ ਬਹੁਤਾ ਸੰਸਾਰ ਕਹਿੰਦਾ ਵੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਗੁਰੂ ਧਾਰਨ ਦੀ ਕੀ ਲੋੜ ਹੈ। ਅਸੀਂ ਤਾਂ ਕੋਈ ਮਾੜਾ ਕੰਮ ਕਰਦੇ ਹੀ ਨਹੀਂ, ਚੰਗਾ ਹੀ ਕਰਦੇ ਹਾਂ। ਨਾਮ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ। ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਉਹ ਭੁੱਲ ਗਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਆਪ ਛਕਿਆ। ਗੁਰੂ ਗੋਬਿੰਦ ਸਿੰਘ ਜੀ ਕੋਈ ਮਾੜਾ ਕੰਮ ਕਰਦੇ ਸੀ? ਕੋਈ ਪਾਪ ਕਰਦੇ ਸੀ? ਉਹਨਾਂ ਨੂੰ ਕੀ ਲੋੜ ਸੀ? ਫਿਰ ਉਹਨਾਂ ਨੇ ਪਹਿਲੋਂ ਆਪਣੇ ਪਰਿਵਾਰ ਨੂੰ ਸਿਖਾਇਆ, ਸਮੇਤ ਮਾਤਾ ਦੇ, ਸਮੇਤ ਮਹਿਲਾ ਦੇ, ਸਮੇਤ ਸਾਹਿਬਜ਼ਾਦਿਆਂ ਦੇ। ਫਿਰ ਸਮੁੱਚੇ ਖਾਲਸੇ ਪੰਥ ਨੂੰ ਸਿਖਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਪਰਮੇਸ਼ਰ ਵਾਹਿਗੁਰੂ ਦਾ ਜੇ ਨਾਮ ਜਪਣਾ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਗੁਰ ਪ੍ਰਸਾਦ, ਗੁਰੂ ਤੋਂ ਮੰਤਰ ਲੈ, ਗੁਰੂ ਧਾਰਨ ਕਰ। ਅੱਜ ਲੋੜ ਹੈ ਪੂਰਾ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਦੀ। ਬਹੁਤੇ ਲੋਕ ਨਾਮ ਵੀ ਜਪਦੇ ਆ, ਸੰਗਤ ਵੀ ਕਰਦੇ ਆ, ਪਰ ਅਧੂਰਿਆਂ ਦੀ, ਕੱਚਿਆਂ ਦੀ ਸੰਗਤ ਕਰਦੇ ਆ। ਕਾਚੇ ਗੁਰ ਤੇ ਕੋਈ ਮੁਕਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਤਾਂ ਆਪ ਡੁੱਬੇ ਹੋਏ ਆ। ਜਿਹੜੇ ਆਪ ਡੁੱਬੇ ਆ ਉਹ ਜਜਮਾਨਾਂ ਨੂੰ ਵੀ ਡੋਬਣਗੇ, ਸੰਸਾਰ ਨੂੰ ਡੋਬਣਾ ਹੀ ਹੈ ਪਿੱਛੇ ਲਾ ਕੇ। ਉਹਨਾਂ ਦਾ ਇਹ ਨਹੀਂ ਪਤਾ ਅਗਲਾ ਜਨਮ ਕਿੱਥੇ ਹੋਣਾ, ਕਿਹੜੀ ਜੂਨ 'ਚ ਪੈਣਾ ਹੈ। ਤੇ ਜਿਹੜੇ ਉਹਦੇ ਪਿੱਛੇ ਲੱਗੇ ਹੋਣਗੇ ਉਹ ਵੀ ਫਿਰ ਜੂਨਾਂ 'ਚ ਪਏ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਾ ਗੁਰੂ, ਸ਼ਬਦ ਗੁਰੂ, ਸ਼ਬਦ ਗੁਰ ਪੂਰਾ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਅੰਦਰ ਧਰਮਸਾਲ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹਰ ਘਰ ਦੇ ਵਿੱਚ ਇਹ ਹੋਕਾ ਦਿੱਤਾ ਜਾ ਰਿਹਾ, ਭਾਈ ਗੁਰੂ ਵਾਲੇ ਬਣੋ। ਹਰ ਘਰ ਦੇ ਵਿੱਚ ਹੋਕਾ ਦਿੱਤਾ ਜਾ ਰਿਹਾ, ਕਿਆ ਪਰਵਾਸਾ ਇਸ ਭਾਂਡੇ ਕਾ, ਕਿਤਨਕ ਲਾਗਾ ਠਨਕਾ। ਗੁਰੂ ਵਾਲੇ ਬਣ ਕੇ ਨਗੁਰੇ ਪਣੇ ਦੀ ਜੂਠ ਲਾਓ। ਫਿਰ ਗੁਰੂ ਰੂਪ ਹੋ ਕੇ ਪੰਜ ਪਿਆਰੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਛਕਾ ਕੇ ਗੁਰਮੰਤਰ ਦਿੰਦੇ ਆ। ਉਹ ਗੁਰ ਪ੍ਰਸਾਦ ਹੈ। ਨਾਨਕ ਗੁਣ ਗਾਹੇ, ਫੇਰ ਉਹ ਗੁਣਾਂ ਨੂੰ ਗਾਉਣਾ ਹੈ। ਫੇਰ ਉਹ ਜਦੋਂ ਬੀਜ ਬੀਜਿਆ ਹੋਇਆ ਫੇਰ ਪੁੰਗਰਦਾ ਹੈ। ਬਿਨਾਂ ਬੀਜੇ ਤੋਂ ਬੀਜ ਨਹੀਂ ਪੁੰਗਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਆਉਂ ਗੁਰੂ ਤੋਂ, ਗੁਰੂ ਦਾ ਮੰਤਰ ਲੈ ਕੇ ਨਾਨਕ ਗੁਣ ਗਾਹੇ, ਉਹਦੇ ਗੁਣਾਂ ਨੂੰ ਗਾ, ਗੁਣ ਗਾ ਕੇ ਹੋਵੇਗਾ ਕਿ ਜੋ ਦੀਸੈ ਸੋ ਤੇਰਾ ਰੂਪ। ਜਦੋਂ ਉਹਦੇ ਗੁਣਾਂ ਨੂੰ ਗਾਵੇਗਾ, ਗੁਣ ਗਾਵਤ ਤੇਰੀ ਉਤਰ ਸਮੈਲ, ਅਵਿਦਿਆ ਦੀ, ਅਗਿਆਨਤਾ ਦੀ, ਪਾਪਾਂ ਦੀ, ਵਿਕਾਰਾਂ ਦੀ ਜਿਹੜੀ ਮਨ ਤੇ ਮੈਲ ਉਹ ਲੱਥ ਜਾਵੇਗੀ। ਉਹ ਵਾਹਿਗੁਰੂ ਦਾ ਜੋ ਅਸਲ ਰੂਪ ਹੈ, ਜੋ ਦੀਸੈ ਸੋ ਤੇਰਾ ਰੂਪ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਅਨੰਨ ਪਿਆਰਾ ਸਿੱਖ
ਜਿਹੜੇ ਜ਼ਖਮੀ ਹੋਏ, ਭਾਵੇਂ ਦੁਸ਼ਮਣ ਹੈ ਭਾਵੇਂ ਸਿੱਖ ਹੈ, ਉਹਨਾਂ ਨੂੰ ਪਾਣੀ ਪਿਆ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਵਡਿਆਈ ਬਖਸ਼ੀ। ਉਹਨੂੰ ਸਾਰੇ ਕਿਤੇ ਕਲਗੀਧਰ ਪਾਤਸ਼ਾਹ ਦਾ ਰੂਪ ਹੀ ਦਿਖਾਈ ਦੇ ਰਿਹਾ ਸੀ, ਬੈਰੀ ਦੇ ਵਿੱਚ ਵੀ ਦਿਸਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਫਿਰ ਐਸੀ ਕਿਰਪਾ ਹੋ ਜਾਣੀ ਹੈ। ਗੁਣ ਨਿਧਾਨ ਗੋਵਿੰਦ ਅਨੂਪ। ਉਹ ਜੋ ਬ੍ਰਹਮ ਪਰਮੇਸ਼ਰ ਹੈ ਉਹ ਕੈਸਾ, ਮਹਾਰਾਜ ਕਹਿੰਦੇ ਗੁਣ ਨਿਧਾਨ, ਗੁਣਾ ਦਾ ਨਿਧਾਨ ਕਹੀਏ ਖਜ਼ਾਨਾ ਹੈ। ਗੋਬਿੰਦ ਕਹੀ ਉਹ ਇੰਦਰੀਆਂ ਦਾ ਪਾਲਣਹਾਰ ਹੈ, ਧਰਤੀ ਦਾ ਪਾਲਣਹਾਰ ਹੈ। ਅਨੂਪ ਬੜਾ ਹੀ ਸੁੰਦਰ ਹੈ। ਸਿਮਰ 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 ਜਨ ਸੋਏ। ਉਸ ਵਾਹਿਗੁਰੂ ਨੂੰ ਜਨ ਬਣ ਕੇ ਸਿਮਰਨਾ ਕਰ, ਮਨ ਕਰਕੇ ਵੀ ਸਿਮਰ, ਤਨ ਕਰਕੇ ਵੀ ਸਿਮਰ, ਬਾਣੀ ਕਰਕੇ ਵੀ ਸਿਮਰਨਾ ਕਰ। ਨਾਨਕ ਕਰਮ ਪ੍ਰਾਪਤ ਹੋਏ। ਜਦੋਂ ਜਨ ਬਣ ਕੇ ਨਿਮਰਤਾ ਧਾਰ ਕੇ ਮਨ ਬਾਣੀ ਸਰੀਰ ਕਰਮਾਂ ਕਰਕੇ ਉਹਦਾ ਸਿਮਰਨ ਕਰੇਗਾ ਤਾਂ ਫਿਰ ਕਰਮ ਪ੍ਰਾਪਤ ਹੋਏ, ਤੈਨੂੰ ਕਰਮੀ ਆਵੇ ਕੱਪੜਾ, ਬਖਸ਼ਿਸ਼ ਪ੍ਰਾਪਤ ਹੋਵੇਗੀ। ਜਿਨ ਜਪਿਆ ਤਿਸ ਕਉ ਬਲਿਹਾਰ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਉਹ ਪ੍ਰਭੂ ਦਾ ਨਾਮ ਜਪਿਓ, ਤੁਸੀਂ ਬਲਿਹਾਰ ਕੁਰਬਾਨ ਜਾਣਿਆ ਹੋ, ਕੁਰਬਾਨਾ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਤਿਨਾ ਕੈ ਹਉ ਸਦ ਕੁਰਬਾਨਾ ਜਾਓ। ਮਹਾਰਾਜ ਕਹਿੰਦੇ ਜਿਹੜੇ ਤੇਰਾ ਨਾਮ ਜਪਣ ਵਾਲੇ ਆ ਉਹਨਾਂ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਜਾਣੇ ਆ। ਤਿਸ ਕੈ ਸੰਗ ਤਰੈ ਸੰਸਾਰ। ਇਹ ਸੰਸਿਆਂ ਦੇ ਘਰ ਸੰਸਾਰ ਸਮੁੰਦਰ ਦੇ ਵਿੱਚ ਉਹਦਾ ਜਿਹੜਾ ਸੰਗ ਕਰਨ ਵਾਲੇ ਆ, ਉਹਦੀ ਸੰਗਤ ਕਰਨ ਵਾਲੇ ਆ, ਉਹ ਵੀ ਤਰ ਜਾਂਦੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਲ ਦਿਆਂ ਦੀ ਵੀ ਮੁਕਤੀ ਹੋ ਜਾਂਦੀ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ। ਬੇਨਤੀ ਕਰਦੇ ਆ ਹੈ ਵਾਹਿਗੁਰੂ ਜੀ ਮੇਰੀ ਇਹ ਲੋਚਾ, ਮੇਰੀ ਇੱਛਾ ਪੂਰੀ ਕਰੋ, ਕਿਰਪਾ ਕਰੋ। ਸੰਤ ਜਨਾ ਕੀ ਬਾਸ਼ੋ ਧੂਰ। ਜਿਹੜੇ ਤੇਰੇ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਾਣ ਨੇ, ਤੇਰੇ ਜਨ ਹਨ, ਉਹਨਾਂ ਦੀ ਮੈਨੂੰ ਧੂੜ ਬਖਸ਼ ਦੇ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗਾ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਆ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਮੁੱਖ ਵਾਕ ਦੇ ਰੂਪ ਵਿੱਚ ਸ਼ਬਦ, ਤਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਹੋਈ ਹੈ। ਬੇਅੰਤ ਭੁੱਲਾਂ ਹੋ ਜਾਂਦੀਆਂ, ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਿੰਦ ਹੈ। ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਸ਼ੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।